ਗੁਰੂ ਜੀ ਦੀ ਤੀਜੀ ਉਦਾਸੀ ਉੱਤਰ ਦਿਸ਼ਾ ਵੱਲ। ਦੱਖਣ ਦਿਸ਼ਾ ਤੋਂ ਵਾਪਸ ਆ ਕੇ ਗੁਰੂ ਜੀ ਕੁਝ ਮਹੀਨੇ ਕਰਤਾਰਪੁਰ ਹੀ ਰਹੇ। ਦੋ ਵੇਲੇ ਸੰਗਤ ਇਕੱਠੀ ਹੁੰਦੀ ਅਤੇ ਗੁਰੂ ਜੀ ਦੇ ਦਰਸ਼ਨ ਉਪਦੇਸ਼ ਦੁਆਰਾ ਖੁਸ਼ੀਆਂ ਪ੍ਰਾਪਤ ਕਰਕੇ ਨਿਹਾਲ ਹੁੰਦੀ। ਉਪਰੰਤ ਆਪ ਜੀ ਨੇ ਫਿਰ ਸੰਮਤ 1571 ਵਿੱਚ ਉੱਤਰ ਦਿਸ਼ਾ ਦੇ ਪਹਾੜੀ ਲੋਕਾਂ ਨੂੰ ਸਤਿਨਾਮ ਦਾ ਉਪਦੇਸ਼ ਦੇਣ ਵਾਸਤੇ ਯਾਤਰਾ ਆਰੰਭ ਕਰ ਦਿੱਤੀ। ਕਰਤਾਰਪੁਰ ਤੋਂ ਜੰਮੂ ਦੇ ਰਸਤੇ ਸ਼੍ਰੀਨਗਰ ਇਲਾਕੇ ਵਿੱਚ ਜਦ ਮਟਨ ਚਸ਼ਮੇ 'ਤੇ ਗਏ ਤਾਂ ਆਪ ਜੀ ਉੱਥੋਂ ਦੇ ਇੱਕ ਬ੍ਰਹਮ ਦਾਸ ਕਸ਼ਮੀਰੀ ਵਿਦਵਾਨ ਪੰਡਤ ਨੂੰ, ਜੋ ਸਾਲਗਰਾਮ ਦਾ ਉਪਾਸਕ ਸੀ, ਨਿਰੰਕਾਰ ਦੀ ਉਪਾਸਨਾ ਗ੍ਰਹਿਣ ਕਰਾਈ ਅਤੇ ਇਸ ਇਲਾਕੇ ਦਾ ਉਸ ਨੂੰ ਪ੍ਰਚਾਰਕ ਥਾਪਿਆ। ਇੱਥੇ ਗੁਰੂ ਜੀ ਦੀ ਇਸ ਯਾਦ ਵਿੱਚ ਇੱਕ ਗੁਰਦੁਆਰਾ ਬਣਿਆ ਹੋਇਆ ਹੈ। ਇੱਥੋਂ ਚੱਲ ਕੇ ਗੁਰੂ ਜੀ ਬਦਰੀਨਾਥ, ਹੇਮਕੁੰਡ ਦੇ ਰਸਤੇ ਸੁਮੇਰ ਤਥਾ ਕੈਲਾਸ਼ ਪਰਬਤ ਉੱਤੇ ਸਿੱਧ ਮੰਡਲੀ ਦੇ ਅਸਥਾਨ ਮਾਨਸਰੋਵਰ ਪਾਸ ਪਹੁੰਚ ਗਏ। ਇੱਥੇ ਸਿੱਧਾਂ ਨਾਲ ਜੋ ਵਾਰਤਾਲਾਪ ਹੋਈ ਉਸ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਲਿਖਿਆ ਹੈ, ਅਰਥਾਤ ਬਾਬਾ ਗੁਰੂ ਨਾਨਕ ਜਦ ਸੁਮੇਰ ਪਰਬਤ ਉੱਤੇ ਗਿਆ ਤਾਂ ਉੱਥੇ 84 ਸਿੱਧ ਅਤੇ ਗੋਰਖਨਾਥ ਮੰਡਲੀ ਆਪ ਜੀ ਨੂੰ ਮਿਲੀ। ਉਹਨਾਂ ਨੇ ਪੁੱਛਿਆ, ਹੇ ਬਾਲਕੇ, ਤੈਨੂੰ ਕਿਹੜੀ ਸ਼ਕਤੀ ਇੱਥੇ ਲਿਆਈ ਹੈ? ਗੁਰੂ ਜੀ ਨੇ ਕਿਹਾ, ਮੈਂ ਇੱਕ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਅਤੇ ਪ੍ਰੇਮਾ ਭਗਤੀ ਨਾਲ ਲਿਵ ਲਾਈ ਹੈ, ਜਿਸ ਦੀ ਸ਼ਕਤੀ ਨਾਲ ਮੈਂ ਇੱਥੇ ਆਇਆ ਹਾਂ। ਫਿਰ ਸਿੱਧਾਂ ਨੇ ਕਿਹਾ, ਹੇ ਬਾਲਕੇ, ਆਪਣੇ ਨਾਮ ਵੀ ਸਾਨੂੰ ਦੱਸ ਦਿਓ। ਗੁਰੂ ਜੀ ਨੇ ਕਿਹਾ, ਮੇਰਾ ਨਾਮ ਨਾਨਕ ਹੈ ਅਤੇ ਮੈਂ ਪਰਮੇਸ਼ਰ ਦਾ ਨਾਮ ਜਪ ਕੇ ਇਹ ਦਰਜਾ ਪ੍ਰਾਪਤ ਕੀਤਾ ਹੈ। ਆਪਣੇ ਆਪ ਨੂੰ ਨੀਚ ਖਵਾ ਕੇ ਹੀ ਉੱਚੇ ਪਦ ਵਿੱਚ ਆਈਦਾ ਹੈ। ਆਪ ਜੀ ਦਾ ਇਹ ਉੱਤਰ ਸੁਣ ਕੇ ਸਿੱਧਾਂ ਨੇ ਪੁੱਛਿਆ ਕਿ ਮਾਤ ਲੋਕ ਦਾ ਕੀ ਵਰਤਾਰਾ ਹੈ? ਹੇ ਸਿੱਧੋ, ਉਸ ਤੋਂ ਬਾਅਦ ਆਪ ਜੀ ਨੇ ਕਿਹਾ, ਹੇ ਸਿੱਧੋ, ਤੁਸੀਂ ਲੁਕ ਕੇ ਪਹਾੜਾਂ ਵਿੱਚ ਬੈਠ ਰਹੇ ਹੋ। ਜਗਤ ਦਾ ਪਾਰ ਉਤਾਰਾ ਹੋਰ ਕੌਣ ਕਰੇ? ਗਿਆਨਹੀਨ ਹੋ ਕੇ ਤੁਸੀਂ ਦਿਨ ਰਾਤ ਸਰੀਰ ਉੱਤੇ ਸੁਆਹ ਲਾ ਕੇ ਹੀ ਬੈਠੇ ਰਹਿੰਦੇ ਹੋ। ਲੋਕਾਂ ਦੀ ਕਲਿਆਣ ਵਾਸਤੇ ਤੁਸੀਂ ਕੋਈ ਕੰਮ ਨਹੀਂ ਕਰਦੇ। ਫਿਰ ਸਿੱਧਾਂ ਨੇ ਗੁਰੂ ਜੀ ਨੂੰ ਆਪਣੀਆਂ ਕਰਾਮਾਤਾਂ ਦਿਖਾ ਕੇ ਵਸ ਕਰਨ ਦਾ ਯਤਨ ਕੀਤਾ, ਪਰ ਜਦ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਸਫਲਤਾ ਨਾ ਹੋਈ ਤਾਂ ਆਦੇਸ਼ ਅਤੇ ਲੱਖ ਦੇ ਬੋਲ ਬੋਲਦੇ ਹੋਏ ਉੱਠ ਕੇ ਖਿੰਡਰ ਭੁੰਡਰ ਗਏ। ਗੁਰੂ ਜੀ ਉੱਥੋਂ ਚੱਲ ਕੇ ਨੇਪਾਲ, ਸਿੱਕਮ ਅਤੇ ਭੂਟਾਨ ਦਾ ਚੱਕਰ ਲਾਉਂਦੇ ਤਿੱਬਤ ਦੇ ਰਸਤੇ ਹੀ ਵਾਪਸ ਜੰਮੂ ਆਏ। ਜੰਮੂ ਤੋਂ ਹੇਠਾਂ ਉਤਰ ਕੇ ਬਿਆਸ ਪਾਰ ਕਰਕੇ ਸੁਲਤਾਨਪੁਰ ਬੇਬੇ ਨਾਨਕੀ ਪਾਸ ਆ ਗਏ। ਆਪ ਜੀ ਦੇ ਇੱਥੇ ਠਹਿਰਨ ਸਮੇਂ ਦੂਜੇ ਦਿਨ ਬੀਬੀ ਨਾਨਕੀ ਜੀ ਅਤੇ ਇੱਕ ਦਿਨ ਉਸ ਤੋਂ ਪਿੱਛੋਂ ਜੈਰਾਮ ਜੀ ਚਲਾਣਾ ਕਰ ਗਏ। ਗੁਰੂ ਜੀ ਇਹਨਾਂ ਦਾ ਦਾਹ ਸੰਸਕਾਰ ਕਰਕੇ ਕਰਤਾਰਪੁਰ ਆਪਣੇ ਅਸਥਾਨ 'ਤੇ ਪਹੁੰਚ ਗਏ। ਇਸ ਤਰ੍ਹਾਂ ਸੰਮਤ 1515 ਵਿੱਚ ਆਪ ਜੀ ਦੀ ਤੀਜੀ ਉਦਾਸੀ ਸਮਾਪਤ ਹੋ ਗਈ। ਉੱਤਰ ਦਿਸ਼ਾ ਦੀ ਯਾਤਰਾ ਸਮਾਪਤ ਕਰਕੇ ਗੁਰੂ ਜੀ ਕੁਝ ਸਮਾਂ ਕਰਤਾਰਪੁਰ ਹੀ ਸੰਗਤਾਂ ਸ਼ਰਧਾਲੂਆਂ ਨੂੰ ਉਤਾਰਦੇ ਰਹੇ। ਉਪਰੰਤ ਸੰਮਤ 1575 ਦੇ ਪਿਛਲੇ ਪੱਖ ਵਿੱਚ ਆਪ ਜੀ ਨੇ ਆਪਣੀ ਚੌਥੀ ਯਾਤਰਾ ਆਰੰਭ ਕਰ ਦਿੱਤੀ। ਕਰਤਾਰਪੁਰ ਤੋਂ ਆਪ ਜੀ ਤਲਵੰਡੀ ਗਏ ਅਤੇ ਤਲਵੰਡੀ ਤੋਂ ਚੱਲ ਕੇ ਵਿਸਾਖੀ ਸੰਮਤ 1576 ਦਾ ਮੇਲਾ ਕਟਾਸ ਰਾਜ ਜ਼ਿਲ੍ਹਾ ਜੇਹਲਮ ਵਿੱਚ ਜਾ ਕੀਤਾ। ਇੱਥੇ ਮੇਲੇ ਵਿੱਚ ਆਏ ਹੋਏ ਸੰਨਿਆਸੀਆਂ ਨੂੰ ਗੁਰੂ ਜੀ ਨੇ ਕਿਹਾ ਕਿ ਜੋ ਲੋਕ ਗ੍ਰਹਿਸਥ ਦੇ ਦੁੱਖਾਂ ਤੋਂ ਡਰ ਕੇ ਘਰ-ਬਾਰ ਛੱਡ ਕੇ ਵੈਰਾਗ ਧਾਰਨ ਕਰ ਲੈਂਦੇ ਹਨ, ਉਹ ਮੰਦ ਵੈਰਾਗੀ ਹੁੰਦੇ ਹਨ, ਜਿਸ ਦਾ ਫਲ ਬਹੁਤ ਥੋੜ੍ਹਾ ਹੁੰਦਾ ਹੈ। ਦੂਸਰੇ ਉਹ ਲੋਕ ਜੋ ਪਰਮਾਤਮਾ ਦੇ ਸਿਮਰਨ ਦੀ ਲਗਨ ਵਿੱਚ ਲੱਗ ਕੇ ਘਰ ਦੇ ਸਾਰੇ ਸੁੱਖਾਂ ਨੂੰ ਤਿਆਗ ਕੇ ਉਪਰਾਮ ਹੋ ਜਾਂਦੇ ਹਨ, ਉਹ ਸੱਚੇ ਵੈਰਾਗੀ ਹੁੰਦੇ ਹਨ। ਸੰਨਿਆਸੀ ਨੂੰ ਸੱਚਾ ਵੈਰਾਗ ਧਾਰਨਾ ਚਾਹੀਦਾ ਹੈ। ਕਟਾਸ ਤੋਂ ਗੁਰੂ ਜੀ ਰੋਹਟਾਸ, ਟਿੱਲਾ, ਬਾਲ,
ਗੁੰਦਾਈ ਪਹੁੰਚੇ। ਇੱਥੇ ਕੰਨ ਪਾਟੇ ਜੋਗੀਆਂ ਦਾ ਡੇਰਾ ਸੀ। ਇਸ ਡੇਰੇ ਦਾ ਮੁਖੀ ਜੋਗੀ ਆਪਣੇ ਡੇਰੇ ਆਏ ਸੰਤ ਸਾਧੂ ਅਥਵਾ ਅਤਿਥੀ ਦੀ ਵਸਤਰ ਅਤੇ ਖਾਣ ਪੀਣ ਦੀ ਬਹੁਤ ਸੇਵਾ ਕਰਦਾ ਸੀ। ਆਪ ਬੜਾ ਸਧਾਰਨ ਭੋਜਨ ਖਾਂਦਾ ਅਤੇ ਸਧਾਰਨ ਹੀ ਕੱਪੜਾ ਪਹਿਨਦਾ ਸੀ। ਗੁਰੂ ਜੀ ਇਸ ਕਰਨੀ ਉੱਤੇ ਬਹੁਤ ਪ੍ਰਸੰਨ ਹੋਏ ਅਤੇ ਕਿਹਾ ਕਿ ਜੋਗੀ ਜੀ ਸੱਚਾ ਜੋਗੀ ਬਣਨ ਵਾਸਤੇ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਰੋਕ ਕੇ ਨਿਰੰਕਾਰ ਦਾ ਸਿਮਰਨ ਕਰਨਾ ਅਤੇ ਆਪਣੀ ਬਿਰਤੀ ਨੂੰ ਉਸ ਵਿੱਚ ਜੋੜਨਾ ਚਾਹੀਦਾ ਹੈ। ਟਿੱਲੇ ਦੀ ਪਹਾੜੀ ਹੇਠਾਂ ਇੱਕ ਭਗਤੂ ਸਿੱਖ ਬੈਠਾ ਸੀ। ਉਸਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਇੱਥੇ ਪਾਣੀ ਦੀ ਬੜੀ ਤੰਗੀ ਹੈ, ਆਪ ਕਿਰਪਾ ਕਰੋ ਤਾਂ ਮੇਰੀ ਇਹ ਤੰਗੀ ਸਦਾ ਵਾਸਤੇ ਦੂਰ ਹੋ ਜਾਵੇ। ਗੁਰੂ ਜੀ ਨੇ ਉਸ ਦੀ ਇਹ ਯੋਗ ਬੇਨਤੀ ਪ੍ਰਵਾਨ ਕਰਕੇ ਇੱਕ ਪੱਥਰ ਚੁੱਕ ਕੇ ਪਾਣੀ ਦਾ ਪ੍ਰਵਾਹ ਜਾਰੀ ਕਰ ਦਿੱਤਾ। ਇਸ ਦਾ ਪਾਣੀ ਚਸ਼ਮਾ ਅੱਜ ਤੱਕ ਚੱਲ ਰਿਹਾ ਹੈ। ਇਸ ਦੇ ਪਾਸ ਹੀ ਇੱਕ ਸਰੋਵਰ ਅਤੇ ਇੱਕ ਗੁਰਦੁਆਰਾ ਹੈ। ਭਾਈ ਭਗਤੂ ਨੂੰ ਨਿਹਾਲ ਕਰਕੇ ਗੁਰੂ ਜੀ ਕਈ ਸਥਾਨਾਂ ਦੇ ਲੋਕਾਂ ਨੂੰ ਤਾਰਦੇ ਹੋਏ ਡੇਰਾ ਇਸਮਾਇਲ ਖਾਂ, ਡੇਰਾ ਗਾਜੀ ਖਾਂ, ਜਾਮਪੁਰ, ਮੀਰਾਪੁਰ, ਨੌਸ਼ਹਿਰਾ, ਰਾਜਪੁਰ ਅਤੇ ਮਿਠਨ ਕੋਟ, ਜਿੱਥੇ ਪੰਜਾਬ ਦੇ ਪੰਜੇ ਦਰਿਆ ਇਕੱਠੇ ਹੁੰਦੇ ਹਨ, ਪੁੱਜੇ। ਇੱਥੋਂ ਸੱਖਰ, ਭੱਖਰ ਅਤੇ ਰੋਹੜੀ ਦੇ ਸਾਧ ਬੇਲਾ ਜਾ ਕੇ ਇੱਕ ਬੋਹੜ ਹੇਠਾਂ ਬੈਠ ਗਏ। ਸਾਧ ਬੇਲੇ ਦੇ ਸਾਧੂ ਨਾਲ ਆਤਮਿਕ ਗਿਆਨ ਦੀ ਚਰਚਾ ਕਰਕੇ ਆਪ ਜੀ ਲੜਕਾਣਾ, ਅਮਰਕੋਟ, ਟਾਂਡਾ, ਹੈਦਰਾਬਾਦ, ਉਡਯਾਰੇ, ਸਿੰਧ ਦੇ ਕਿਨਾਰੇ ਗਏ। ਫਿਰ ਠੱਟੇ ਦੀ ਰਾਜਘਾਟ ਤੋਂ ਕਰਾਚੀ ਪਹੁੰਚੇ ਅਤੇ ਹਾਜੀਆਂ ਨਾਲ ਮਿਲ ਕੇ ਮੱਕੇ ਮਦੀਨੇ ਚਲੇ ਗਏ। ਮੱਕੇ ਵਿੱਚ ਮੁਸਲਮਾਨਾਂ ਦਾ ਇੱਕ ਪ੍ਰਸਿੱਧ ਪੂਜਯ ਅਸਥਾਨ ਹੈ, ਜਿਸ ਨੂੰ ਕਾਬਾ ਕਹਿੰਦੇ ਹਨ। ਗੁਰੂ ਜੀ ਉੱਥੇ ਜਦ ਰਾਤ ਸਮੇਂ ਕਾਬੇ ਵੱਲ ਪੈਰ ਕਰਕੇ ਬਿਰਾਜ ਗਏ ਤਾਂ ਕਿਜੂਨ ਨਾਮ ਦੇ ਮੁਜਾਵਰ ਨੇ ਗੁੱਸੇ ਨਾਲ ਆਖਿਆ ਕਿ ਤੂੰ ਕੌਣ ਕਾਫਿਰ ਹੈ ਜਿਹੜਾ ਖੁਦਾ ਦੇ ਘਰ ਕਾਬੇ ਵੱਲ ਪੈਰ ਪਾ ਸਾਰ ਕੇ ਸੁੱਤਾ ਹੋਇਆ ਹੈ। ਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ, ਮੈਂ ਸਫ਼ਰ ਦੇ ਥਕੇਵੇਂ ਕਰਕੇ ਲੰਮਾ ਪਿਆ ਹੋਇਆ ਹਾਂ, ਮੈਨੂੰ ਪਤਾ ਨਹੀਂ ਕਿ ਖੁਦਾ ਦਾ ਘਰ ਕਿੱਧਰ ਹੈ। ਤੂੰ ਸਾਡੇ ਪੈਰ ਫੜ ਕੇ ਉੱਧਰ ਕਰ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ। ਇਹ ਗੱਲ ਸੁਣ ਕੇ ਜਿਊਨ ਨੇ ਬੜੇ ਗੁੱਸੇ ਨਾਲ ਗੁਰੂ ਜੀ ਦੇ ਚਰਨ ਘਸੀੜ ਕੇ ਦੂਜੇ ਪਾਸੇ ਕਰ ਦਿੱਤੇ ਅਤੇ ਜਦ ਚਰਨ ਛੱਡ ਕੇ ਵੇਖਿਆ ਤਾਂ ਉਸਨੂੰ ਕਾਬਾ ਉਸੇ ਪਾਸੇ ਹੀ ਨਜ਼ਰ ਆਇਆ। ਇਸ ਤਰ੍ਹਾਂ ਹੀ ਜਦ ਉਸਨੇ ਫੇਰ ਦੂਜੇ ਪਾਸੇ ਚਰਨ ਕੀਤੇ ਤਾਂ ਕਾਬਾ ਉਸਨੂੰ ਫੇਰ ਉੱਧਰ ਹੀ ਨਜ਼ਰ ਆਇਆ। ਜਿਊਨ ਨੇ ਜਦ ਵੇਖਿਆ ਕਿ ਕਾਬਾ ਇਹਨਾਂ ਦੇ ਚਰਨਾਂ ਨਾਲ ਹੀ ਫਿਰ ਜਾਂਦਾ ਹੈ ਤਾਂ ਉਸਨੇ ਮੱਕੇ ਦੇ ਮੁਜਾਵਰ ਨੂੰ ਸਾਰੀ ਗੱਲ ਦੱਸੀ। ਇਸ ਗੱਲ ਨਾਲ ਬਹੁਤ ਸਾਰੇ ਹਾਜੀ, ਮੌਲਾਣੇ ਅਤੇ ਲੋਕ ਇਕੱਠੇ ਹੋਏ। ਕਾਜੀ ਰੁਕਨੁਲ ਦੀਨ, ਪੀਰ ਜਲਾਲ ਦੀਨ ਅਤੇ ਬਾਹੂ ਦੀਨ ਸਹਿਤ ਸਭ ਹਾਜੀਆਂ ਨਾਲ ਆਪ ਜੀ ਦੇ ਬਹੁਤ ਪ੍ਰਸ਼ਨ ਉੱਤਰ ਹੋਏ। ਜਦ ਸਾਰੇ ਨਿਰਸਤ ਹੋ ਗਏ ਤਾਂ ਪੀਰ ਬਾਹੂਦੀਨ ਨੇ ਆਪਣੇ ਸਾਥੀਆਂ ਨੂੰ ਕਿਹਾ। ਪੀਰ ਬਾਹੂਦੀਨ ਪਾਸੋਂ ਇਸ ਨਿਸ਼ਚੇ ਵਾਲੀ ਗੱਲ ਸੁਣ ਕੇ ਸਾਰੇ ਪੀਰ ਤੇ ਫਕੀਰ ਗੁਰੂ ਜੀ ਦੇ ਚਰਨਾਂ 'ਤੇ ਪੈ ਗਏ ਅਤੇ ਆਪਣੀ ਵੱਧ ਘੱਟ ਬੋਲਚਾਲ ਦੀ ਮਾਫ਼ੀ ਮੰਗੀ। ਕੁਝ ਦਿਨਾਂ ਉਪਰੰਤ ਜਦ ਗੁਰੂ ਜੀ ਉੱਥੋਂ ਤੁਰਨ ਦੀ ਤਿਆਰੀ ਕੀਤੀ ਤਾਂ ਕਾਬੇ ਦੇ ਪੀਰਾਂ ਨੇ ਬੇਨਤੀ ਕਰਕੇ ਗੁਰੂ ਜੀ ਦੀ ਇੱਕ ਖੜਾਵ ਨਿਸ਼ਾਨੀ ਵਜੋਂ ਆਪਣੇ ਪਾਸ ਰੱਖ ਲਈ। ਮੱਕੇ ਤੋਂ ਚੱਲ ਕੇ ਗੁਰੂ ਜੀ ਮਦੀਨੇ ਆਏ। ਇਸ ਸਥਾਨ ਤੇ ਹਜ਼ਰਤ ਮੁਹੰਮਦ ਸਾਹਿਬ ਦਫਨਾਏ ਗਏ ਸਨ। ਇਸ ਕਰਕੇ ਮੁਸਲਮਾਨਾਂ ਦਾ ਇਹ ਇੱਕ ਵੱਡਾ ਪੂਜਨ ਯੋਗ ਸਥਾਨ ਸੀ। ਇੱਥੇ ਆਣ ਕੇ ਗੁਰੂ ਜੀ ਨੇ ਪੈਗੰਬਰ ਦੀ ਕਬਰ ਦੇ ਪਾਸ ਬੈਠ ਕੇ ਕਈ ਸ਼ਬਦ ਉਚਾਰਨ ਕੀਤੇ। ਇਹ ਸ਼ਬਦ ਦਾ ਗਾਇਨ ਸੁਣ ਕੇ ਬਹੁਤ ਸਾਰੇ ਮੁਸਲਮਾਨ ਸਰਨਾਈ ਲੋਕ ਗੁਰੂ ਜੀ ਨੂੰ ਇੱਟਾਂ ਵੱਟੇ ਮਾਰਨ ਲੱਗੇ, ਪਰ ਸਭਨਾਂ ਦੇ ਹੱਥ ਨਾਲ ਹੀ ਵੱਟੇ ਜੁੜ ਗਏ। ਜਦ ਇਸ ਕੌਤਕ ਦਾ ਪਤਾ ਉੱਥੋਂ ਦੇ ਹਾਕਮ ਨੂੰ ਲੱਗਾ ਤਾਂ ਉਹ ਆਪਣੇ ਨਾਲ ਕਈ ਮੁਖੀ ਕਾਜ਼ੀਆਂ, ਮੌਲਾਣਿਆਂ ਅਤੇ ਪੀਰਾਂ ਫਕੀਰਾਂ ਨੂੰ ਲੈ ਕੇ ਗੁਰੂ ਜੀ ਪਾਸ ਆਇਆ।
ਗੁਰੂ ਜੀ ਆਪਣੇ ਸ਼ਬਦ ਗਾਉਣ ਵਿੱਚ ਮਸਤ ਹੋ ਕੇ ਲੱਗ ਰਹੇ ਸਨ। ਜਦ ਭੋਗ ਪਿਆ ਤਾਂ ਉਹਨਾਂ ਨੇ ਨਮਸਕਾਰ ਕਰਕੇ ਗੁਰੂ ਜੀ ਦੇ ਪਾਸ ਬੈਠ ਕੇ ਕਈ ਪ੍ਰਕਾਰ ਦੇ ਪ੍ਰਸ਼ਨ ਕੀਤੇ ਅਤੇ ਉਹਨਾਂ ਨੇ ਉੱਤਰ ਸੁਣ ਕੇ ਸਾਰਿਆਂ ਦੀ ਨਿਸ਼ਾ ਹੋ ਗਈ। ਫਿਰ ਗੁਰੂ ਜੀ ਤੋਂ ਮਾफ़ੀ ਮੰਗ ਕੇ ਪੁੱਛਣ ਲੱਗੇ ਕਿ ਆਪ ਅੱਲਾ ਨੂੰ ਪੁੱਜੇ ਹੋਏ ਉਸ ਦਾ ਰੂਪ ਹੀ ਹੋ। ਇਸ ਵਾਸਤੇ ਆਪ ਸਾਨੂੰ ਉਹ ਰਸਤਾ ਦੱਸੋ ਜਿਸ ਨਾਲ ਮੌਤ ਦਾ ਡਰ ਦੂਰ ਹੋ ਜਾਵੇ ਅਤੇ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਈਏ। ਗੁਰੂ ਜੀ ਦੇ ਵਿਚਾਰ ਸੁਣ ਕੇ ਇਮਾਮ ਬੜੇ ਪ੍ਰਸੰਨ ਹੋਏ ਅਤੇ ਗੁਰੂ ਜੀ ਨੂੰ ਅੱਲਾ ਦਾ ਸੱਚਾ ਪੈਗੰਬਰ ਮੰਨ ਕੇ ਨਮਸਕਾਰ ਕਰਨ ਲੱਗੇ। ਜਦ ਕਈ ਦਿਨ ਇੱਥੇ ਟਿਕ ਕੇ ਗੁਰੂ ਜੀ ਤੁਰਨ ਲੱਗੇ ਤਾਂ ਆਪ ਜੀ ਦੇ ਦੂਜੇ ਪੈਰ ਦੀ ਖੜਾਵ ਨਿਸ਼ਾਨੀ ਵਜੋਂ ਇੱਥੋਂ ਦੇ ਇਮਾਮ ਨੇ ਰੱਖ ਲਈ।